ਤੇ ਇਹ ਹਰ ਵਾਰੀ ਜਿਹੜੇ ਬਾਦਲ ਦਲੀਏ ਕਹਿੰਦੇ ਨੇ ਕਿ ਸਿਮਰਨਜੀਤ ਸਿੰਘ ਮਾਨ ਅੜਿੱਕਾ ਸਿੰਘ ਹੈ, ਇਹ ਕਿਸੇ ਪਲੇਟਫਾਰਮ ਤੇ ਇਕੱਠਾ ਨਹੀਂ ਹੁੰਦਾ ਹੈ ਤੇ ਪੰਥਕ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਨੇ। ਹੋ ਸਕਦਾ ਹੈ ਜਿਵੇਂ ਗੁਰਬਖਸ਼ ਸਿੰਘ ਖਾਲਸਾ ਉਹਨਾਂ ਦੇ ਵੇਲੇ ਪ੍ਰੈਸ਼ਰ ਬਣਿਆ ਤੇ ਸਿੱਖਾਂ ਨੂੰ ਪੈਰੋਲਸ ਮਿਲੀਆਂ ਨੇ ਬੰਦੀ ਸਿੰਘਾਂ ਨੂੰ। ਜੇ ਅਸੀਂ ਇਕੱਠੇ ਚੱਲਦੇ ਹਾਂ ਤੇ ਉਹਦੇ ਵਿੱਚ ਸੰਭਾਵਨਾ ਬਣ ਸਕਦੀ ਹੈ ਕਿ ਸਟੇਟ ਤੇ ਪ੍ਰੈਸ਼ਰ ਬਣੇ ਤੋਂ ਸਾਡੇ ਨਾਲ ਬੰਦੀ ਸਿੰਘਾਂ ਦੀ ਗੱਲ ਪਿਛਲੇ 35 ਸਾਲ ਤੋਂ ਇਹ ਕਸ਼ਮੀਰੀਆਂ ਨਾਲ ਗੱਲ ਕਰ ਰਹੇ ਨੇ, ਇਹ ਨਾਗਿਆਂ ਨਾਲ ਗੱਲ ਕਰ ਰਹੇ ਨੇ, ਇਹ ਮਿਜ਼ੋਰਮ ਦੇ ਵਿੱਚ ਗੱਲ ਕਰ ਰਹੇ ਨੇ। ਸਿੱਖਾਂ ਨਾਲ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ। ਬਾਦਲ ਸਾਹਿਬ ਜਿਹੜੇ ਨੇ 3 ਵਾਰੀ ਪੰਜਾਬ ਦੀ ਅਸੈਂਬਲੀ ਤੇ ਕਾਬਜ਼ ਰਹੇ ਨੇ, ਲੀਡਰ ਆਫ ਆਪੋਜੀਸ਼ਨ ਵੀ ਪੰਜਾਬ 'ਚ ਬਾਦਲ ਗਰੁੱਪ ਰਿਹਾ ਹੈ। ਇਹ ਰਾਜ ਸਭਾ 'ਚ ਵੀ ਰਹੇ ਨੇ, ਲੋਕ ਸਭਾ 'ਚ ਵੀ ਰਹੇ ਨੇ ਔਰ ਸੈਂਟਰ 'ਚ ਮਿਨਿਸਟਰ ਵੀ ਰਹੇ ਨੇ। ਔਨ ਰਿਕਾਰਡ ਹੈਗਾ ਕਿ ਪਿਛਲੇ 27 ਸਾਲਾਂ ਦੇ ਵਿੱਚ ਇਹਨਾਂ ਨੇ ਕਿਤੇ ਵੀ ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ ਹੈਗੀ। ਸੋ ਇਹ ਰਾਜਾ ਵੜਿੰਗ ਜਿਹੜੀ ਤੂੰ ਗੱਲ ਕਰ ਰਿਹਾ ਹੈ, ਇਹ ਸਾਨੂੰ ਜਿਹੜੀ ਹੈ ਸਿੱਖਾਂ ਦੇ ਜ਼ਖਮਾਂ ਤੇ ਲੂਣ ਪਾਉਣ ਵਾਲੀ ਗੱਲ ਹੈ। ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਵੱਖੋ ਵੱਖਰੀਆਂ ਪਾਰਟੀਆਂ ਦੇ ਉਮੀਦਵਾਰ ਖੜੇ ਕੀਤੇ ਗਏ ਨੇ ਤੇ ਲਗਾਤਾਰ ਚੋਣ ਜਿੱਤਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਨੇ। ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਵੀ ਲਗਾਤਾਰ ਲੋਕਾਂ ਦੇ ਵਿੱਚ ਵਿਚਰ ਰਹੇ ਨੇ। ਤੇ ਉੱਥੇ ਹੀ ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਨੇ ਵੀ ਸਿਮਰਜੀਤ ਸਿੰਘ ਮਾਨ ਦੀ ਹਮਾਇਤ ਕੀਤੀ ਹੈ। ਤੇ ਇਸ ਸਬੰਧ ਦੇ ਵਿੱਚ ਸਿੱਖ ਆਗੂਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਨੇ ਬਾਦਲ ਪਰਿਵਾਰ ਤੇ ਨਿਸ਼ਾਨੇ ਸਾਧੇ ਨੇ। ਮੇਰਾ ਨਾਮ ਸਿਮਰਨਜੀਤ ਸਿੰਘ ਹੈ, ਮੈਂ ਹਾਈ ਕੋਰਟ 'ਚ ਪ੍ਰੈਕਟਿਸਿੰਗ ਲਾਇਰ ਹੈਗਾ। ਤੇ ਮੈਂ ਜਿਹੜੇ ਬੰਦੀ ਸਿੰਘ ਹੈਗੇ ਨੇ, ਭਾਈ ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਪਿਉਰਾ, ਭਾਈ ਹਵਾਰਾ, ਉਹਨਾਂ 'ਚੋਂ ਹੋਰ ਕਈ ਜਿਹੜੇ ਬੰਦੀ ਸਿੰਘ ਹੈਗੇ ਨੇ, ਉਹਨਾਂ ਦੇ ਮੈਂ ਲੀਗਲ ਕੇਸ ਜਿਹੜੇ ਨੇ ਰਿਪਰੈਜ਼ੈਂਟ ਕਰ ਰਿਹਾ। ਸੋ ਅੱਜ ਜਿਹੜੀ ਸੰਗਰੂਰ ਦੇ ਵਿੱਚ ਤੁਹਾਡੀ ਬਾਈ ਇਲੈਕਸ਼ਨ ਹੋ ਰਹੀ ਹੈ ਲੋਕ ਸਭਾ ਦੀ, ਇਹਨੂੰ ਲੈ ਕੇ ਅੱਜ ਅਸੀਂ ਤੁਹਾਡੇ ਕੋਲ ਆਏ ਹਾਂ। ਇੱਕ ਬੜੀ ਕਨਫਿਊਜ਼ਨ ਹੈਗੀ ਹੈ ਕਿ ਇੱਥੇ, ਕਿਉਂਕਿ ਜਿਹੜੇ ਬੇਅੰਤ ਸਿੰਘ ਕਤਲ ਕੇਸ ਨਜ਼ਰਬੰਦ ਭਾਈ ਰਾਜੋਆਣਾ ਨੇ, ਉਹਨਾਂ ਦੇ ਨਾਲ ਕੋਈ ਉਹਨਾਂ ਦੇ ਸਾਥੀ ਲਗਾਤਾਰ ਕਲੇਮ ਕਰ ਰਹੇ ਨੇ ਕਿ ਜਿਹੜਾ ਇੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ, ਉਹ ਫੇਸਬੁੱਕਸ 'ਤੇ ਬਾਰ-ਬਾਰ ਸਟੇਟਮੈਂਟਸ ਦੇ ਰਿਹਾ ਹੈ ਕਿ ਬੰਦੀ ਸਿੰਘ ਸਾਡੇ ਨਾਲ ਨੇ। ਸੋ ਤੁਹਾਡੇ ਪ੍ਰੈਸ ਦੇ ਜ਼ਰੀਏ ਅਸੀਂ ਇਹ ਗੱਲ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਜਿਹੜੀ ਬੰਦੀ ਸਿੰਘਾਂ ਵਾਲੀ ਗੱਲ ਹੈ ਕਿ ਬੰਦੀ ਸਿੰਘ ਜਿੰਨੇ ਵੀ ਹੈਗੇ ਜੇਲ੍ਹਾਂ 'ਚ ਬੰਦ ਹੈਗੇ ਨੇ, ਉਹ ਜੇਲ੍ਹਾਂ 'ਚ ਇਸ ਕਰਕੇ ਗਏ ਨੇ ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵੱਲੋਂ ਜਿਹੜਾ ਆਰੰਭਿਆ ਹੋਇਆ ਸੰਘਰਸ਼ ਸੀ, ਉਹ ਪੰਜਾਬ ਦੀ ਆਜ਼ਾਦੀ ਲਈ ਜੇਲ੍ਹ 'ਚ ਬੈਠੇ ਨੇ। ਜਦੋਂ ਇਹ ਬੇਅੰਤ ਸਿੰਘ ਦਾ ਟਰਾਇਲ ਚੱਲ ਰਿਹਾ ਸੀ, ਕਿਉਂਕਿ ਮੈਂ ਉਸ 'ਚ ਭਾਈ ਹਵਾਰਾ ਵੱਲੋਂ ਵੀ ਰਿਪਰੈਜ਼ੈਂਟ ਕੀਤਾ ਹੈ, ਭਾਈ ਤਾਰਾ ਔਰ ਪਿਉਰੇ ਨੂੰ ਵੀ ਰਿਪਰੈਜ਼ੈਂਟ ਕਰ ਰਿਹਾ ਹੈ, ਉੱਥੇ 2 ਕਿਸਮ ਦੇ ਲੋਕ ਸੀ। ਇੱਕ ਗਰੁੱਪ ਸੀ ਜਿਸ 'ਚ ਭਾਈ ਜਗਤਾਰ ਸਿੰਘ ਤਾਰਾ ਅਤੇ ਰਾਜੋਆਣੇ ਨੇ ਕਿਹਾ ਕਿ ਅਸੀਂ ਕੇਸ ਨਹੀਂ ਲੜਨਾ। ਰੈਸਟ ਆਫ ਜਿਹੜੇ ਅਦਰ ਸਿੰਘ ਸੀ ਭਾਈ ਜਗਤਾਰ ਸਿੰਘ ਹਵਾਰੇ ਦੇ ਨਾਲ, ਉਹ ਕਹਿੰਦੇ ਨੇ ਕਿ ਅਸੀਂ ਕਾਨੂੰਨੀ ਲੜਾਈ ਲੜਾਂਗੇ ਸੁਪਰੀਮ ਕੋਰਟ ਤੱਕ, ਉਸ ਤੋਂ ਬਾਅਦ ਅਸੀਂ ਰਾਸ਼ਟਰਪਤੀ ਕੋਲੇ ਅਪੀਲ 'ਚ ਨਹੀਂ ਜਾਣਾ। ਉਹਨੀ ਬਾਦਲਸ ਲੋਕਾਂ ਨੂੰ ਕਨਫਿਊਜ਼ ਕਰ ਰਹੇ ਨੇ। ਹੁੰਦਾ ਕੀ ਹੈ ਕਿ ਜਦੋਂ ਇਹਨਾਂ ਦੇ ਵਿੱਚ ਬੰਦੀ ਸਿੰਘਾਂ 'ਚੋਂ ਇਕੱਲਾ ਇੱਕ ਹੀ ਬੰਦਾ ਅਪੀਲ 'ਚ ਗਿਆ, ਉਹ ਗਿਆ ਭਾਈ ਰਾਜੋਆਣਾ ਸਾਹਿਬ। ਸੋ ਸਾਡੇ ਬੰਦੀ ਸਿੰਘਾਂ ਦਾ ਸਟੈਂਡ ਬਹੁਤ ਕਲੀਅਰ ਹੈਗਾ ਹੈ ਕਿ ਜਦੋਂ ਤੱਕ ਇੰਡੀਅਨ ਸਟੇਟ ਸਾਨੂੰ ਕੋਈ ਆਫਰ ਨਹੀਂ ਕਰਦੀ ਕਿ ਕਿਹੜੀਆਂ ਸ਼ਰਤਾਂ 'ਤੇ ਛੱਡਣਾ, ਕਿਉਂਕਿ ਜਦੋਂ ਰਾਸ਼ਟਰਪਤੀ ਛੱਡਦਾ ਹੈ, ਸੁਪਰੀਮ ਕੋਰਟ ਦੀਆਂ ਜਜਮੈਂਟਸ ਵੀ ਕਲੀਅਰ ਨੇ ਕਿ ਉਦੋਂ ਸ਼ਰਤਾਂ ਲਾਈਆਂ ਜਾਂਦੀਆਂ ਨੇ ਕਿ ਬੰਦਾ ਜਿਹੜਾ ਅਫੈਂਸ ਕੀਤਾ ਉਹ ਆਪ ਦੀ ਮਾਫੀ ਮੰਗੂਗਾ ਔਰ 'ਤੇ ਕੰਡੀਸ਼ਨਸ ਇੰਪੋਜ਼ ਕੀਤੀਆਂ ਜਾਣਗੀਆਂ। ਸੋ ਸਾਡੇ ਭਾਈ ਜਗਤਾਰ ਸਿੰਘ ਤਾਰਾ ਉਹਨਾਂ ਨੇ 2019 'ਚ ਕਲੀਅਰ ਕਰ ਦਿੱਤਾ ਸੀ ਕਿ ਜਦੋਂ ਤੱਕ ਇੰਡੀਅਨ ਸਟੇਟ ਸਾਨੂੰ ਸ਼ਰਤਾਂ ਕਲੀਅਰ ਨਹੀਂ ਕਰਦੀਆਂ, ਉਦੋਂ ਤੱਕ ਅਸੀਂ ਕਿਸੇ ਕਿਸਮ ਦੀ ਗੱਲ ਨਹੀਂ ਕਰਾਂਗੇ। ਜੇ ਸਰਕਾਰ ਸਾਨੂੰ ਇਸ ਸ਼ਰਤ 'ਤੇ ਛੱਡਣਾ ਚਾਹੁੰਦੀ ਹੈ ਕਿ ਤੁਸੀਂ ਮਾਫੀ ਮੰਗੋ, ਤੁਹਾਡੇ 'ਤੇ ਅਸੀਂ ਕੰਡੀਸ਼ਨਸ ਲਾਵਾਂਗੇ, ਇਸ ਕਿਸਮ ਦੀ ਸਾਨੂੰ ਕਿਸੇ ਵੀ ਮਰਸੀ ਦੀ, ਕਿਸੇ ਵੀ ਰਮਿਸ਼ਨ ਦੀ ਲੋੜ ਨਹੀਂ ਹੈਗੀ। ਅਤੇ ਇਹ ਕੁਝ ਸਮਾਂ ਪਹਿਲੇ ਸਾਡੇ ਕੋਲ ਪਰਮਜੀਤ ਸਿੰਘ ਸਰਨਾ ਜਿਹੜੇ ਸ਼੍ਰੋਮਣੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਨੇ, ਉਹਨਾਂ ਨੇ ਅਪਰੋਚ ਕੀਤਾ ਸੀ ਔਰ ਸਾਡਾ ਇਹ ਵਿਸ਼ਾ ਬਹੁਤ ਕਲੀਅਰ ਹੈਗਾ ਹੈ ਕਿ ਜਿਹੜੀ ਇੰਡੀਅਨ ਸਟੇਟ ਹੈ, ਪਿਛਲੇ 35 ਸਾਲ ਤੋਂ ਇਹ ਕਸ਼ਮੀਰੀਆਂ ਨਾਲ ਗੱਲ ਕਰ ਰਹੇ ਨੇ, ਇਹ ਨਾਗਿਆਂ ਨਾਲ ਗੱਲ ਕਰ ਰਹੇ ਨੇ, ਇਹ ਮਿਜ਼ੋਰਮ ਦੇ ਵਿੱਚ ਗੱਲ ਕਰ ਰਹੇ ਨੇ। ਸਿੱਖਾਂ ਨਾਲ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਹੈਗੀ। ਸੋ ਸਰਨਾ ਸਾਹਿਬ ਦਾ ਸਾਨੂੰ ਵਿਊ ਸੀ ਕਿ ਜਿਵੇਂ ਸਿੱਖ ਕੌਮ ਇਕੱਠੀ ਹੋ ਜਾਏ, ਅਤੇ ਇਹ ਹਰ ਵਾਰੀ ਜਿਹੜੇ ਬਾਦਲ ਦਲੀਏ ਕਹਿੰਦੇ ਨੇ ਕਿ ਸਿਮਰਨਜੀਤ ਸਿੰਘ ਮਾਨ ਅੜਿੱਕਾ ਸਿੰਘ ਹੈ, ਇਹ ਕਿਸੇ ਪਲੇਟਫਾਰਮ 'ਤੇ ਇਕੱਠਾ ਨਹੀਂ ਹੁੰਦਾ ਹੈ ਤੇ ਪੰਥਕ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਨੇ। ਹੋ ਸਕਦਾ ਹੈ ਜਿਵੇਂ ਗੁਰਬਖਸ਼ ਸਿੰਘ ਖਾਲਸਾ ਉਹਨਾਂ ਦੇ ਵੇਲੇ ਪ੍ਰੈਸ਼ਰ ਬਣਿਆ ਤੇ ਸਿੱਖਾਂ ਨੂੰ ਪੈਰੋਲਸ ਮਿਲੀਆਂ ਨੇ ਬੰਦੀ ਸਿੰਘਾਂ ਨੂੰ। ਜੇ ਅਸੀਂ ਇਕੱਠੇ ਚੱਲਦੇ ਹਾਂ ਤੇ
ਉਹਦੇ ਵਿੱਚ ਸੰਭਾਵਨਾ ਬਣ ਸਕਦੀ ਹੈ ਕਿ ਸਟੇਟ ਤੇ ਪ੍ਰੈਸ਼ਰ ਬਣੇ ਤੋਂ ਸਾਡੇ ਨਾਲ ਬੰਦੀ ਸਿੰਘਾਂ ਦੀ ਗੱਲ ਕਰੇ। ਸੋ ਅੱਜ ਜਿਹੜੇ ਬੰਦੀ ਸਿੰਘ ਹੈਗੇ ਨੇ, ਭਾਈ ਜਗਤਾਰ ਸਿੰਘ ਤਾਰਾ, ਭਾਈ ਜਗਤਾਰ ਸਿੰਘ ਹਵਾਰਾ ਅਤੇ ਹੋਰ ਵੀ ਜਿਹੜੇ ਸਿੰਘ ਨੇ, ਉਹ ਬਹੁਤ ਸਪਸ਼ਟ ਨੇ। ਉਹ ਕਹਿੰਦੇ ਨੇ ਕਿ ਅਸੀਂ ਜਿਹੜੀ ਹੈ ਪੰਜਾਬ ਦੀ ਆਜ਼ਾਦੀ ਲਈ, ਸਿੱਖਾਂ ਦੀ ਆਜ਼ਾਦੀ ਲਈ ਖੜੇ ਹੈਗੇ ਹਾਂ, ਅਤੇ ਪੰਜਾਬ ਦੇ ਵਿੱਚ ਜਿਹੜਾ ਵੀ ਬੰਦਾ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਚਾਹੇ ਆਜ਼ਾਦੀ ਦੀ ਸੋਚ ਨੂੰ ਲੈ ਕੇ ਚੱਲ ਰਿਹਾ, ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਹੀ ਨੇ। ਅਤੇ ਪਿਛਲੇ 27 ਸਾਲ ਦੇ ਵਿੱਚ ਔਨ ਰਿਕਾਰਡ ਗੱਲ ਹੈਗੀ ਹੈ ਵੀ ਕਿਸੇ ਵੀ ਬਾਦਲ ਸਾਹਿਬ ਜਿਹੜੇ ਨੇ 3 ਵਾਰੀ ਪੰਜਾਬ ਦੀ ਅਸੈਂਬਲੀ 'ਤੇ ਕਾਬਜ਼ ਰਹੇ ਨੇ, ਲੀਡਰ ਆਫ ਆਪੋਜੀਸ਼ਨ ਵੀ ਪੰਜਾਬ 'ਚ ਬਾਦਲ ਗਰੁੱਪ ਰਿਹਾ ਹੈ, ਇਹ ਰਾਜ ਸਭਾ 'ਚ ਵੀ ਰਹੇ ਨੇ, ਲੋਕ ਸਭਾ 'ਚ ਵੀ ਰਹੇ ਨੇ ਔਰ ਸੈਂਟਰ 'ਚ ਮਿਨਿਸਟਰ ਵੀ ਰਹੇ ਨੇ। ਔਨ ਰਿਕਾਰਡ ਹੈਗਾ ਕਿ ਪਿਛਲੇ 27 ਸਾਲਾਂ ਦੇ ਵਿੱਚ ਇਹਨਾਂ ਨੇ ਕਿਤੇ ਵੀ ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ ਹੈਗੀ। ਈਵਨ ਸਾਡੇ ਕੋਲ ਇੱਥੇ ਵੀਡੀਓਜ਼ ਹੈਗੀਆਂ ਨੇ ਜਿਹਦੇ 'ਚ ਜਿਹੜੇ ਬਾਦਲ ਦਲ ਦੇ ਲੋਕ ਸਭਾ ਮੈਂਬਰ ਨੇ ਪਾਰਲੀਮੈਂਟ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਬਰਗਾੜੀ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਨੇ। ਦੂਸਰਾ, ਅਸੀਂ 2 ਗੱਲਾਂ ਹੋਰ ਵੀ ਕਰਨੀਆਂ ਚਾਹੁੰਦੇ ਹਾਂ ਕਿ ਤੁਹਾਡੇ ਸੰਗਰੂਰ ਦੀ ਇਲੈਕਸ਼ਨ ਵਿੱਚ ਇੱਕ ਕਾਂਗਰਸ ਦਾ ਜਿਹੜਾ ਪ੍ਰਧਾਨ ਹੈਗਾ, ਜਿਹਨੂੰ ਰਾਜਾ ਵੜਿੰਗ ਕਹਿੰਦੇ ਨੇ, ਉਹਨੇ ਇੱਥੇ ਬੜਾ ਸਿੱਖਾਂ ਨੂੰ ਚੈਲੰਜ ਕੀਤਾ ਹੈ। ਉਹ ਕਹਿੰਦਾ ਹੈ ਕਿ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਸ਼ਹੀਦ ਨੇ। ਜਿਹੜੀ ਰਾਜੇ ਵੜਿੰਗ ਦੀ ਇਹ ਗੱਲ ਹੈ, ਸਾਨੂੰ ਇਵੇਂ ਲੱਗ ਰਹੀ ਹੈ ਜਿਵੇਂ ਕੋਈ ਬਾਹਰੋਂ ਆ ਕੇ ਇਹ ਗੱਲ ਕਹੇ ਕਿ ਜਨਰਲ ਡਾਇਰ ਸ਼ਹੀਦ ਹੈਗਾ, ਕੋਈ ਇਹ ਕਹੇ ਕਿ ਸੂਬਾ ਸਰਹੰਦ ਸ਼ਹੀਦ ਹੈਗਾ। ਇਹ ਇਸ ਕਿਸਮ ਦਾ ਜਿਹੜਾ ਇਹਨੇ ਵਾਹਜ਼ਾ ਗੱਲ ਕੀਤੀ ਹੈ, ਇਹਦੀ ਅਸੀਂ ਮਹਿਸੂਸ ਕਰਦੇ ਹਾਂ ਵੀ ਕਾਂਗਰਸ ਦੇ ਵਿੱਚ ਬੜੇ ਪ੍ਰਧਾਨ ਰਹੇ ਨੇ, ਗਾਂਧੀਜ਼ ਦੇ ਸਪੋਰਟਰ ਵੀ ਰਹੇ ਨੇ। ਇਹ ਪੋਲੀਟੀਕਲ ਇਹਨਾਂ ਦੀ ਮਜਬੂਰੀ ਹੈਗੀ ਹੈ ਵੀ ਤੁਸੀਂ ਸਪੂਨ ਫੀਡਿੰਗ ਕਰਨੀ ਹੈ, ਪਰ ਇਸ ਕਿਸਮ ਦੀ ਚਮਚਾਗਿਰੀ ਦੀ ਹੱਦ ਅਸੀਂ ਕਿਸੇ ਕੋਲ ਨਹੀਂ ਵੇਖੀ। ਅਸੀਂ ਰਾਜੇ ਵੜਿੰਗ ਨੂੰ ਇਹ ਦੱਸਣਾ ਚਾਹੁੰਦੇ ਹਾਂ ਤੁਹਾਡੇ ਜ਼ਰੀਏ ਕਿ ਜਿਹੜੀ ਤੇਰਾ ਸ਼ਹੀਦ ਇੰਦਰਾ ਗਾਂਧੀ ਹੈ, ਜਿਹੜਾ ਤੇਰਾ ਸ਼ਹੀਦ ਰਾਜੀਵ ਗਾਂਧੀ ਹੈ, ਇਹਨਾਂ ਨੇ 25 ਤੋਂ 30 ਹਜ਼ਾਰ ਸਿੱਖ ਜਿਹੜਾ ਪੂਰੇ ਹਿੰਦੁਸਤਾਨ 'ਚ 1984 'ਚ ਕਤਲ ਕੀਤਾ ਹੈ। ਜਿਵੇਂ ਜਰਮਨ ਦੇ ਵਿੱਚ ਨਾਜ਼ੀਜ਼ ਨੇ ਜਿਊਜ਼ ਨੂੰ ਗੈਸ ਚੈਂਬਰਸ 'ਚ ਜਿਉਂਦੇ ਫੂਕਿਆ ਹੈ, ਇਸ ਕਾਂਗਰਸ ਦੀ ਹਕੂਮਤ ਨੇ 30 ਹਜ਼ਾਰ ਤੋਂ ਵੱਧ ਸਿੱਖਾਂ ਨੂੰ ਮਿੱਟੀ ਦਾ ਤੇਲ ਸੁੱਟ ਕੇ ਜਿਉਂਦੇ ਫੂਕਿਆ ਹੈ। ਸੋ ਇਕੱਲੇ ਦਿੱਲੀ ਦੇ ਵਿੱਚ ਹੀ ਸੁਪਰੀਮ ਕੋਰਟ ਔਰ ਹਾਈ ਕੋਰਟ ਦੀ ਹਿੱਕ ਦੇ ਉੱਪਰ 5000 ਸਿੱਖ ਇਹਨਾਂ ਨੇ ਮਿੱਟੀ ਦਾ ਤੇਲ ਸੁੱਟ ਕੇ ਕਤਲ ਕੀਤਾ ਹੈ। ਇੱਥੋਂ ਦੀ ਕਿਸੇ ਹਾਈ ਕੋਰਟ ਦੇ ਜੱਜ ਦੀ, ਕਿਸੇ ਸੁਪਰੀਮ ਕੋਰਟ ਦੇ ਜੱਜ ਦੀ ਜ਼ਮੀਰ ਅਜੇ ਤੱਕ ਨਹੀਂ ਜਾਗੀ ਕਿਸੇ ਨੇ ਸੋ ਮੋਟੋ ਲਿਆ ਹੋਏ। ਸੋ ਇਹ ਰਾਜਾ ਵੜਿੰਗ ਜਿਹੜੀ ਤੂੰ ਗੱਲ ਕਰ ਰਿਹਾ, ਇਹ ਸਾਨੂੰ ਜਿਹੜੀ ਹੈ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਪਾਉਣ ਵਾਲੀ ਗੱਲ ਹੈ। ਦੂਸਰਾ, ਜਿਹੜਾ ਤੁਹਾਡੇ ਏਰੀਏ ਦਾ ਚੀਫ ਮਿਨਿਸਟਰ ਹੈ ਭਗਵੰਤ ਸਿੰਘ ਮਾਨ, ਇਹਨੇ ਬੜਾ ਮਾੜਾ ਕਮੈਂਟ ਕੀਤਾ ਹੈ ਸਿੱਖਾਂ ਦੇ ਕਕਾਰ 'ਤੇ 2-4 ਦਿਨ ਪਹਿਲੇ ਕਿ ਸਿਮਰਨਜੀਤ ਸਿੰਘ ਮਾਨ ਤਲਵਾਰ ਚੱਕੀ ਫਿਰਦਾ ਹੈ। ਅਤੇ ਉਹਦੇ ਵਿੱਚ ਅਸੀਂ ਤੁਹਾਡੇ ਪ੍ਰੈਸ ਰਾਹੀਂ ਦੱਸਣਾ ਚਾਹੁੰਦੇ ਹਾਂ ਕਿ ਸਰਦਾਰ ਭਗਵੰਤ ਸਿੰਘ ਮਾਨ, ਹੁਣ ਸਾਨੂੰ ਇਹ ਪਤਾ ਨਹੀਂ ਹੈਗਾ ਵੀ ਇਹਨੇ ਨਸ਼ਾ ਖਾ ਕੇ ਗੱਲ ਕੀਤੀ ਹੈ ਕਿ ਕੋਈ ਸੈਂਸ ਵਿੱਚ ਗੱਲ ਕੀਤੀ ਹੈ, ਕਿਉਂਕਿ ਬਰਗਾੜੀ ਦੇ ਵਿੱਚ ਵੀ ਨਸ਼ਾ ਖਾ ਕੇ ਸਟੇਜ 'ਤੇ ਚਲਾ ਗਿਆ ਸੀ, ਸਾਰਿਆਂ ਨੂੰ ਪਤਾ ਹੈਗਾ। ਸਰਦਾਰ ਭਗਵੰਤ ਸਿੰਘ ਮਾਨ ਸਿੱਖਾਂ ਨੂੰ ਗੁਰੂ ਸਾਹਿਬ ਨੇ 5 ਕਕਾਰ ਦਿੱਤੇ ਨੇ, ਜਿਨ੍ਹਾਂ 'ਚ ਕਿਰਪਾਨ ਵੀ ਇੱਕ ਸਾਡਾ ਕਕਾਰ ਹੈ, ਸਿੰਬਲ ਹੈ। ਔਰ ਜਿਹੜਾ ਕਕਾਰ ਦੀ ਬੇਅਦਬੀ ਕਰਨਾ, ਉਹਦੇ ਖਿਲਾਫ ਬੋਲਣਾ ਹੈ, ਉਸਦੇ ਖਿਲਾਫ 295 ਮੇਡ ਆਊਟ ਹੁੰਦੀ ਹੈ। ਸੋ ਅਸੀਂ ਪੰਜਾਬ ਦੇ ਗਵਰਨਰ ਨਾਲ ਗੱਲ ਕਰਾਂਗੇ ਵੀ ਇਹਦੇ ਉੱਪਰੋਂ ਪਰਚਾ ਦਰਜ ਹੋਣਾ ਚਾਹੀਦਾ ਹੈ। ਦੂਸਰੀ ਗੱਲ ਹੈ ਵੀ ਜਿਹੜਾ ਭਗਵੰਤ ਸਿੰਘ ਮਾਨ ਦਾ ਜਿਹੜਾ ਨਰੇਟਿਵ ਹੈਗਾ, ਕਿਉਂਕਿ ਭਗਵੰਤ ਦਾ ਨਹੀਂ ਹੈਗਾ, ਜਿਹੜਾ ਭਗਵੰਤ ਦਾ ਬੌਸ ਲਾਲਾ ਕੇਜਰੀਵਾਲ ਹੈ, ਉਹ ਕਹਿੰਦਾ ਕਿ ਮੇਰੀ ਗਾਈਡਿੰਗ ਸਪਿਰਿਟ ਹੈਗੀ ਹੈ ਮਹਾਤਮਾ ਗਾਂਧੀ। ਮਹਾਤਮਾ ਗਾਂਧੀ ਨੇ ਗੁਰੂ ਗੋਬਿੰਦ ਸਿੰਘ ਨੂੰ ਕਹਿ ਦਿੱਤਾ ਸੀ ਕਿ ਮਿਸਗਾਈਡਡ ਪੈਟਰੋਇਟ ਹੈਗਾ, ਭੁੱਲਿਆ ਹੋਇਆ ਦੇਸ਼ ਭਗਤ ਹੈ। ਔਰ ਇਹਦੇ ਵਿੱਚ ਜਿਹੜੇ ਹੱਥ ਵਿੱਚ ਕਿਰਪਾਨ ਹੈ ਗੁਰੂ ਸਾਹਿਬ ਦੇ, ਇਹ ਜਿਹੜੀ ਹੈ ਸਾਨੂੰ ਵਾਇਲੈਂਸ ਨਜ਼ਰ ਆਉਂਦੀ ਹੈ। ਸੋ ਅਸੀਂ ਕਹਿ ਦੇਣਾ ਚਾਹੁੰਦੇ ਹਾਂ ਤੁਹਾਡੇ ਮੀਡੀਆ ਰਾਹੀਂ ਕਿ ਜਿਹੜੀ ਕਿਰਪਾਨ ਹੈ ਇਹ ਗੁਰੂ ਸਾਹਿਬ ਦਾ ਬੜਾ ਸਿੱਖਾਂ ਨੂੰ ਬਲੈਸਿੰਗਸ ਹੈਗੀ ਹੈ, ਪਿਆਰ ਦਾ ਸਿੰਬਲ ਹੈਗਾ ਹੈ। ਅਤੇ ਦੁਨੀਆ ਦੇ ਵਿੱਚ ਜਿਹੜੀ ਤੁਹਾਡੀ ਇਹ ਹਥਿਆਰਬੰਦ ਤਾਕਤ ਹੁੰਦੀ ਹੈ, ਜੇ ਇਹ ਇੰਨੀ ਮਾੜੀ ਗੱਲ ਹੈ ਫਿਰ ਤੁਸੀਂ ਪਾਕਿਸਤਾਨ ਦੇ ਬਾਰਡਰ ਤੋਂ, ਚਾਈਨਾ ਦੇ ਬਾਰਡਰ ਤੋਂ ਆਪਦੀ ਫੌਜ ਪਿੱਛੇ ਕਿਉਂ ਨਹੀਂ ਕਰਦੇ? ਜੇ ਤੁਹਾਡੇ 'ਚ ਇੰਨਾ ਹੀ ਪਿਆਰ ਹੈਗਾ ਅਤੇ ਤੁਸੀਂ ਇੰਨੀ ਹਜ਼ਾਰਾਂ ਦੇ ਹਿਸਾਬ ਨਾਲ ਇੱਥੇ ਤੁਸੀਂ ਵੇਖੋ ਤੁਹਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੁਲਿਸ ਲੱਗੀ ਹੋਈ ਹੈ, ਅਤੇ ਤੁਸੀਂ ਇੰਨੀ ਜਿਹੜੀ ਫੋਰਸ ਨਾਲ ਲਈ ਫਿਰਦੇ ਹੋ, ਜੇ ਇੰਨਾ ਹੀ ਪਿਆਰ ਹੈਗਾ ਤਾਂ ਫਿਰ ਤੁਹਾਨੂੰ ਡਰ ਕਾਹਦਾ ਹੈਗਾ? ਅਸੀਂ ਮਹਿਸੂਸ ਕਰਦੇ ਹਾਂ ਵੀ ਭਗਵੰਤ ਜਦੋਂ ਪਹਿਲੇ ਦਿਨ ਚੀਫ ਮਿਨਿਸਟਰ ਬਣਿਆ ਸੀ,
ਜਦੋਂ ਪੱਗ ਸਮੇਤ ਦੋਨੋਂ ਪੈਰਾਂ ਨਾਲ ਕੇਜਰੀਵਾਲ ਦੇ ਪੈਰਾਂ 'ਚ ਡਿੱਗ ਗਿਆ ਸੀ, ਸਾਨੂੰ ਇਹ ਲੱਗਦਾ ਸੀ ਵੀ ਇਹ ਪੰਜਾਬ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕੂ। ਇਹ ਕਮਜ਼ੋਰ ਬੰਦਾ ਹੈ, ਇਹ ਕਮਜ਼ੋਰ ਬੰਦਾ ਹੀ ਹੈ। ਪੰਜਾਬ ਦੇ ਵਿੱਚ 2 ਚੀਫ ਮਿਨਿਸਟਰ ਨੇ ਜਿਨ੍ਹਾਂ ਨੂੰ ਅਸੀਂ ਸਭ ਤੋਂ ਮਾੜਾ ਸਮਝਦੇ ਹਾਂ, ਗਦਾਰ ਸਮਝਦੇ ਹਾਂ। ਇੱਕ ਦਰਬਾਰਾ ਸਿੰਘ ਮੁੱਖ ਮੰਤਰੀ ਹੋਇਆ ਜਿਹਨੇ ਪੰਜਾਬ ਦਾ ਪਾਣੀ ਦਿੱਲੀ ਦੀ ਕਾਂਗਰਸ ਸਰਕਾਰ ਦੇ ਪ੍ਰੈਸ਼ਰ ਹੇਠ ਜਿਹੜਾ ਸੀ ਉਹ ਦਿੱਲੀ ਨੂੰ ਦਿੱਤਾ ਹੈ। ਇਹ ਭਗਵੰਤ ਸਿੰਘ ਮਾਨ ਹੈ ਜਿਹਨੇ 2 ਮਹੀਨਿਆਂ ਦੇ ਵਿੱਚ ਹੀ ਲਾਲੇ ਕੇਜਰੀਵਾਲ ਦੇ ਪ੍ਰੈਸ਼ਰ ਵਿੱਚ ਜਾ ਕੇ ਜਿਹੜਾ ਪੰਜਾਬ ਦਾ ਪਾਣੀ ਜਿਹੜਾ ਦਿੱਲੀ ਨੂੰ ਦੇ ਦਿੱਤਾ ਹੈ। ਸੋ ਜਿਵੇਂ ਦਰਬਾਰਾ ਸਿੰਘ ਦਾ ਨਾਂ ਬਲੈਕ ਹਿਸਟਰੀ 'ਚ ਪੰਜਾਬ 'ਚ ਲਿਖਿਆ ਗਿਆ, ਇਹ ਭਗਵੰਤ ਮਾਨ ਦਾ ਨਾਮ ਵੀ ਜਿਹੜਾ ਵਾ ਪੰਜਾਬ ਦੀ ਬਲੈਕ ਹਿਸਟਰੀ 'ਚ ਲਿਖਿਆ ਜਾਊਗਾ। ਇਹ ਪੰਜਾਬ ਦੇ ਵਿੱਚ ਜਿਹੜੀ ਗੱਲ ਹੈਗੀ ਹੈ, ਇਸ ਵੇਲੇ ਜਿਹੜਾ ਪੰਜਾਬ ਦਾ ਕੋਈ ਵੀ ਲੋਕ ਸਭਾ ਮੈਂਬਰ ਚਾਹੇ ਰਾਜ ਸਭਾ ਮੈਂਬਰ ਹੈ, ਉਹ ਇਹ ਜ਼ਰੂਰਤ ਨਹੀਂ ਰੱਖਦਾ ਕਿ ਪੰਜਾਬ ਦੇ ਜਿਹੜੇ ਕੋਰ ਇਸ਼ੂਜ਼ ਨੇ ਉਹਨਾਂ ਦੀ ਗੱਲ ਪਾਰਲੀਮੈਂਟ 'ਚ ਕਰ ਸਕਣ। ਅੱਜ ਤੁਸੀਂ ਦੇਖੋ ਕਿ ਪੰਜਾਬ ਯੂਨੀਵਰਸਿਟੀ ਤੋਂ ਤੁਹਾਡੇ ਇੱਥੇ ਸਾਰੇ ਪੰਜਾਬ ਦੇ ਵਿੱਚ ਹੁਸ਼ਿਆਰਪੁਰ, ਰੋਪੜ, ਪਟਿਆਲੇ ਤੱਕ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਕਿੰਨੇ ਕਾਲਜ ਨੇ। ਦਿੱਲੀ ਦੀ ਸਟੇਟ ਜ਼ਬਰਦਸਤੀ ਪੰਜਾਬ ਯੂਨੀਵਰਸਿਟੀ ਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਜਾ ਰਹੀ ਹੈ। ਅਜੇ ਤੱਕ ਪੰਜਾਬ ਦੇ ਕਿਸੇ ਵੀ ਰਾਜ ਸਭਾ ਮੈਂਬਰ ਨੇ, ਲੋਕ ਸਭਾ ਮੈਂਬਰ ਨੇ ਪਾਰਲੀਮੈਂਟ ਵਿੱਚ ਹਾਂ ਦਾ ਨਾਰਾ ਨਹੀਂ ਮਾਰਿਆ ਕਿ ਇਹ ਸਿੰਸ ਪਾਕਿਸਤਾਨ ਤੋਂ ਸਾਡੀ ਇੰਸਟੀਟਿਊਸ਼ਨ ਹੈਗੀ ਹੈ, ਇਹਦੇ 'ਤੇ ਜਿਹੜਾ ਵਾ ਧੱਕਾ ਨਹੀਂ ਹੋਣਾ ਚਾਹੀਦਾ। ਸੋ ਸਾਡਾ ਸਿਰ ਤਾਂ ਸ਼ਰਮ ਨਾਲ ਝੁਕ ਜਾਂਦਾ ਹੈ ਕਿ ਭਗਵੰਤ ਨੂੰ ਇਹ ਸਮਝ ਨਹੀਂ ਹੈਗੀ ਕਿ ਜਿਹੜਾ ਦਿੱਲੀ ਹੈ 1966 'ਚ ਪੰਜਾਬ ਦਾ ਸਾਡਾ ਇੱਕ ਜ਼ਿਲ੍ਹਾ ਸੀ। ਉਹ ਲਾਲਾ ਕੇਜਰੀਵਾਲ ਇੱਕ ਜ਼ਿਲ੍ਹੇ ਦਾ ਮੁੱਖ ਮੰਤਰੀ ਹੈ ਅਤੇ ਤੈਨੂੰ ਇਹ ਨਹੀਂ ਪਤਾ ਹੈਗਾ, DGP ਤੈਨੂੰ ਨਹੀਂ ਪੁੱਛਦਾ ਹੈਗਾ ਕਿ ਉਹ ਜਿਹੜਾ RSS ਵਾਲਾ ਬੱਗਾ ਚੱਕ ਕੇ ਲੈ ਕੇ ਗਏ ਨੇ। ਬੜੀ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਪਤਾ ਹੀ ਨਾ ਹੋਏ। ਉਹ ਜਿਹੜਾ ਲਾਲੇ ਕੇਜਰੀਵਾਲ ਦਾ ਮੁੰਡਾ ਰਾਘਵ ਚੱਡਾ ਰਿਸ਼ਤੇਦਾਰ ਬਣਿਆ ਹੈ, ਉਹਦੇ ਕਹਿਣ 'ਤੇ DGP ਨੇ ਜਿਹੜਾ ਵਾ ਉਹ RSS ਵਾਲਾ ਬੰਦਾ ਚੱਕ ਵੀ ਲਿਆਂਦਾ ਹੈ। ਤੂੰ ਤਾਂ ਪਤਾ ਨਹੀਂ ਕਿਹੜੇ ਨਸ਼ੇ 'ਚ ਪਿਆ ਹੋਇਆ, ਚਾਹੇ ਤੇਰੀ ਉਹ ਪਰਵਾਹ ਹੀ ਨਹੀਂ ਕਰ ਰਹੇ ਕਿ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਉਹਦੇ ਵਿੱਚ ਤੇਰੀ ਕੋਈ ਇਨਵੋਲਵਮੈਂਟ ਨਹੀਂ ਹੈਗੀ। ਪੰਜਾਬ ਵੇਖੋ ਇੱਕ ਏਜੰਸੀਜ਼ ਨਰੇਟਿਵ ਸਿਰਜ ਰਹੀਆਂ ਨੇ। ਜਦੋਂ 1985 ਤੋਂ ਬਾਅਦ ਜਿਹੜੀ ਇੰਡੀਅਨ ਸਟੇਟ ਹੈ, ਇਹਨੇ ਸਿੱਖਾਂ ਪ੍ਰਤੀ ਇੱਕ ਨਰੇਟਿਵ ਸਿਰਜਿਆ ਹੈ ਕਿ ਜਿਹੜਾ ਸਿੱਖ ਨੇ ਉਹ ਵਾਇਲੈਂਸ ਮਾਈਂਡਡ ਹੈਗੇ ਨੇ, ਉਹ ਹਿੰਸਾਵਾਦੀ ਨੇ, ਜਿਹਦੇ ਕਰਕੇ ਉਹਨਾਂ ਨੇ ਰਾਮ ਨਾਰਾਇਣ ਕੁਮਾਰ ਕੋਲੇ ਜਿਹੜਾ ਹਿਊਮਨ ਰਾਈਟਸ ਐਕਟਿਵਿਸਟ ਸੀ, ਉਹਦੇ ਕੋਲੇ ਵੀ ਕਿਤਾਬ ਲਿਖਾਈ ਹੈ ਕਿ ਸਿੱਖਾਂ ਦਾ ਸੁਭਾਅ ਜਿਹੜਾ ਹਿੰਸਾ ਵਾਲਾ ਹੈ। ਇਸੇ ਕਰਕੇ ਕਦੇ ਇਹ ਨਕਸਲਵਾੜੀ ਮੂਵਮੈਂਟ ਦਾ ਹਿੱਸਾ ਬਣਦੇ ਨੇ, ਕਦੇ ਇਹ ਖਾੜਕੂ ਲਹਿਰ ਦਾ ਹਿੱਸਾ ਬਣਦੇ ਨੇ। ਹੁਣ ਜਿਹੜੀ ਸੈਂਟਰਲ ਦੀ ਏਜੰਸੀਜ਼ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਕਿ ਇਹ ਇੱਥੋਂ ਦੇ ਮੁੰਡੇ ਜਿਹੜੇ ਹਿੰਸਾਵਾਦੀ ਸੁਭਾਅ ਦੇ ਨੇ, ਇਸੇ ਕਰਕੇ ਗੈਂਗਸਟਰ ਕਲਚਰਸ ਦੇ ਵਿੱਚ ਵਾਇਲੈਂਸ ਕਰ ਰਹੇ ਨੇ। ਇਹਦਾ ਜਿਹੜਾ ਅਫੈਕਟ ਹੈ ਵਰਲਡ ਵਾਈਡ ਬਹੁਤ ਮਾੜਾ ਜਾ ਰਿਹਾ ਹੈ, ਕਿਉਂਕਿ ਅੱਜ ਸਾਡੀ ਸਿੱਖਾਂ ਦੀ ਬਹੁਤ ਇੱਜ਼ਤ ਬਣ ਗਈ ਹੈ। ਕੈਨੇਡਾ ਦੇ ਵਿੱਚ ਸਾਡਾ 2nd ਟਾਈਮ ਡਿਫੈਂਸ ਮਿਨਿਸਟਰ ਰਿਪੀਟ ਹੋ ਗਏ ਨੇ ਸੱਜਣ ਜੀ। ਉੱਥੇ NDP ਦਾ ਲੀਡਰ ਜਿਹੜਾ ਸਾਡਾ ਜਗਮੀਤ ਲੀਡ ਕਰ ਰਿਹਾ ਹੈ। US ਦਾ ਜਿਹੜਾ ਹੁਣ ਸੈਕਟਰੀ ਆਫ ਸਟੇਟ ਆ ਰਿਹਾ ਹੈ, ਉਹ ਵੀ ਸਿੱਖਾਂ ਦੇ ਬਹੁਤ ਨੇੜੇ ਹੈ। ਇਹ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੋ ਰਹੀ ਹੈ। ਦੇਖੋ ਜਦੋਂ ਆਪਣੇ ਤੁਹਾਡੇ ਇੱਥੇ ਸ਼ੁਭਦੀਪ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਹੈ, DGP ਪੰਜਾਬ ਵਿਦਆਊਟ ਵੈਰੀਫਾਈਂਗ, ਕੁਛ ਵੀ ਗੱਲ ਬਿਨਾਂ ਵੈਰੀਫਾਈ ਕਰਦੇ ਆ ਪਹਿਲੇ ਦਿਨ ਹੀ ਸਟੇਟਮੈਂਟ ਦਿੰਦਾ ਜੀ ਇਹ ਗੈਂਗਸਟਰ ਵਾਰ ਦਾ ਹਿੱਸਾ ਹੈ। ਜਦੋਂ ਕਿ ਤੁਸੀਂ ਸਾਰੇ ਜਾਣਦੇ ਹੋ ਤੁਹਾਡੇ ਜ਼ਿਲ੍ਹੇ ਦਾ ਹੈਗਾ, ਤੁਹਾਡਾ ਗੁਆਂਢੀ ਹੈਗਾ, ਉਹ ਗੈਂਗਸਟਰ ਨਹੀਂ ਸੀ ਹੈਗਾ, ਉਹ ਕਲਾਕਾਰ ਸੀ। ਸੋ ਜਿਹੜਾ ਇਹ ਦਿੱਲੀ ਦਾ ਨਰੇਟਿਵ ਹੈ ਸਿੱਖ ਹਿੰਸਾਵਾਦੀ ਨੇ, ਇਹਨਾਂ ਦੇ ਸੁਭਾਅ ਵਿੱਚ ਹਿੰਸਾ ਹੈਗੀ ਹੈ। ਭਗਵੰਤ ਮਾਨ ਜਿਹੜਾ ਤੁਹਾਡਾ ਚੀਫ ਮਿਨਿਸਟਰ ਹੈ, ਉਹ ਦਿੱਲੀ ਦੀ ਸ਼ਹਿਰ 'ਤੇ ਉਸ ਨਰੇਟਿਵ ਨੂੰ ਬਿਲਡ ਕਰ ਰਿਹਾ। ਉਹ ਮੁੰਡਿਆਂ ਨੂੰ ਗੈਂਗਸਟਰ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਅਤੇ ਸਰਦਾਰ ਮਾਨ ਸਾਹਿਬ ਦੀ ਕਿਰਪਾਨ ਨੂੰ ਲੈ ਕੇ ਉਹ ਦੱਸਣਾ ਚਾਹੁੰਦਾ ਦੁਨੀਆ ਨੂੰ ਵੀ ਇਹ ਹਿੰਸਾਵਾਦੀ ਨੇ। ਕਿਰਪਾਨ ਜਿਹੜੀ ਹੈ ਇਹ ਵਾਇਲੈਂਸ ਦੀ ਨਿਸ਼ਾਨੀ, ਨੌਨ ਵਾਇਲੈਂਸ ਦੀ ਨਿਸ਼ਾਨੀ ਹੈ। ਹੋਰ ਭਾਈ ਭੋਰਾ ਦੇ ਪਰਿਵਾਰ ਨੇ, ਉਹਦੇ ਭਰਾ ਨੇ ਸਟੇਟਮੈਂਟ ਦਿੱਤੀ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਜੋ ਖੜੇ ਉਹਨਾਂ ਨੂੰ ਸਮਰਥਨ ਦਿੱਤਾ। ਕੀ ਕਹੋ? ਦੇਖੋ ਜੀ, ਜਿਹੜਾ ਅਵਤਾਰ ਭਿਓਰਾ ਵਾ ਉਹਦਾ ਪਰਿਵਾਰ ਨਾਲ ਸੰਬੰਧ ਨਹੀਂ ਹੈਗਾ, ਉਹ ਦਿੱਲੀ ਰਹਿੰਦਾ ਹੈ। ਮੈਂ ਭਾਈ ਪਰਮਜੀਤ ਭਿਓਰੇ ਨੂੰ 2-3 ਦਿਨ ਪਹਿਲੇ ਮਿਲ ਕੇ ਆਇਆ। ਉਹਨਾਂ ਦੀ ਸਪੈਸੀਫਿਕ ਇੰਸਟਰਕਸ਼ਨ ਸੀ, ਉਹਨੂੰ ਡਰ ਸੀ ਵੀ ਜੰਗ ਸਿੰਘ ਤੇ ਹੋ ਸਕਦਾ ਹੈ ਉਹ ਛੋਟੇ ਲਾਲਚਾਂ ਵਿੱਚ ਆ ਜਾਂਦਾ ਹੈ। ਮੈਂ ਉਹਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੂੰ ਆਪਦੇ ਮਾਂ-ਬਾਪ ਦੀ ਸੇਵਾ ਕੀਤੀ ਹੈ? ਤੁਹਾਡਾ ਬਾਪ ਲਾਸਟ ਸਾਹ ਕਿੱਥੇ ਲਿਆ ਸਾਨੂੰ ਪਤਾ ਹੈਗਾ। ਸੋ ਉਹ ਬਿਲਕੁਲ ਜਿਹੜਾ ਵਾ ਕੋਈ ਉਹਦਾ ਯਕੀਨ ਨਹੀਂ ਹੈਗਾ
ਭਾਈ ਭਿਓਰਾ ਦੀ ਜਿਹੜੀ ਉਹ ਕੱਲ ਵੀਡੀਓਜ਼ ਦੇ ਵਿੱਚ ਗੱਲ ਕਰ ਰਿਹਾ ਹੈ ਕਿ ਕੇਸ ਨਹੀਂ ਲੜਿਆ ਹੈ। ਸਰਦਾਰ ਭਿਓਰਾ ਦੀ ਮਦਰ ਨੂੰ ਜਦੋਂ ਹਾਈ ਕੋਰਟ ਦੇ ਵਿੱਚ ਮਿਲਣ ਦੀ ਪਰਮਿਸ਼ਨ ਲਈ ਮੈਂ ਗਿਆ ਐਜ਼ ਅ ਲਾਇਰ, ਪਹਿਲੇ ਸਿੰਗਲ ਬੈਂਚ ਕੋਲੇ ਗਿਆ ਕੇਸ, ਫਿਰ ਡਬਲ ਬੈਂਚ ਕੋਲੇ ਗਿਆ। ਉਹ ਸਾਰੀ ਲੜਾਈ ਭਾਈ ਪਰਮਜੀਤ ਸਿੰਘ ਭਿਓਰਾ ਦੀ ਜਿਹੜੀ ਅਪੀਲ ਹੈ ਉਹ ਵੀ ਅਸੀਂ ਲੜ ਰਹੇ ਹਾਂ। ਜਿਹੜੇ ਭਾਈ ਪਰਮਜੀਤ ਸਿੰਘ ਭਿਓਰਾ ਨਾਲ ਸੰਬੰਧਿਤ ਹੈਗੇ ਨੇ ਉਹਨਾਂ ਦੀਆਂ ਦੋ ਭੈਣਾਂ ਨੇ, ਇੱਕ ਰਾਜਪੁਰੇ ਦੇ ਕੋਲ ਨੇ ਭੈਣ ਵੱਡੇ ਜਿਹੜੇ ਹੈਗੇ ਨੇ, ਦੂਸਰੀ ਭੈਣ ਉਹਨਾਂ ਦੇ ਭੈਣ ਹਰਮਿੰਦਰ ਕੌਰ ਨੇ ਜਿਹੜੇ ਕੈਨੇਡਾ ਦੇ ਵਿੱਚ ਨੇ। ਜੇ ਉਹਨਾਂ ਵੱਲੋਂ ਕੋਈ ਸਟੇਟਮੈਂਟ ਆਉਂਦੀ ਹੈ ਫਿਰ ਤੁਸੀਂ ਕੰਸੀਡਰ ਕਰ ਸਕਦੇ ਹੋ। ਅਵਤਾਰ ਸਿੰਘ ਭਿਓਰੇ ਦੀ ਕਿਸੇ ਵੀ ਸਟੇਟਮੈਂਟ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਔਰ ਮੈਨੂੰ ਇਸ ਸੰਬੰਧੀ ਭਾਈ ਪਰਮਜੀਤ ਭਿਓਰੇ ਨੇ ਬਹੁਤ ਸਪੈਸੀਫਿਕ ਕੀਤਾ ਹੈ ਕਿ ਜੇ ਕੋਈ ਵੀ ਸਟੇਟਮੈਂਟ ਮੇਰੇ ਬਿਹਾਫ 'ਤੇ ਕੋਈ ਲਾਉਂਦਾ ਤਾਂ ਉਹਦਾ ਖੰਡਨ ਕਰ ਦੇਣਾ। ਇੱਕ ਚਿੱਠੀ ਦੀ ਗੱਲ ਕੀਤੀ ਗਈ ਸੀ ਕਿ ਜਿਹੜੀ ਭਾਈ ਹਵਾਰਾ ਵੱਲੋਂ ਚਿੱਠੀ ਦਿੱਤੀ ਗਈ ਹੈ ਕਿ ਅਸੀਂ ਮਦਦ ਕਰਦੇ ਹਾਂ ਸਿਮਰਜੀਤ ਸਿੰਘ ਮਾਨ ਦੀ, ਉਹ ਚਿੱਠੀ ਉਹਨਾਂ ਨੇ ਕਿਹਾ ਕਿ ਉਹ 26 ਜੂਨ ਦੀ ਆਈ ਹੋਈ ਹੈ। ਕੀ ਹੈਗਾ ਕਿਸੇ ਦੀ ਤਰੀਕ? ਇਹ ਦੇਖੋ ਜੀ, ਉਹ 26 ਜੂਨ ਵਾਲੀ ਚਿੱਠੀ ਦਾ ਤੇ ਚਿੱਠੀ ਕੋਈ ਨਹੀਂ ਆਈ ਹੈਗੀ ਭਾਈ। ਜਿਹੜੇ ਮੈਂ ਕਿਉਂਕਿ ਲਾਸਟ ਜੇਲ੍ਹ ਦੇ ਵਿੱਚ ਹਵਾਰਾ ਸਾਹਿਬ ਨੂੰ ਮਿਲ ਕੇ ਆਇਆ, ਹਵਾਰਾ ਸਾਹਿਬ ਦੀ ਇੱਕ ਕਮੇਟੀ ਹੈਗੀ ਹੈ ਤੇ ਉਹਨਾਂ ਦੇ ਇੱਕ ਧਰਮ ਦੇ ਪਿਤਾ ਸਰਦਾਰ ਗੁਰਚਰਨ ਸਿੰਘ ਹੈਗੇ ਨੇ। ਉਹਨਾਂ ਨੇ ਕਿਉਂਕਿ ਇਹਨਾਂ ਦੀ ਗੱਲ ਹੋ ਜਾਂਦੀ ਹੈ ਫੋਨ 'ਤੇ ਜੇਲ੍ਹ ਵਿੱਚ, ਭਾਈ ਹਵਾਰਾ ਜੀ ਕਹਿੰਦੇ ਸੀ ਕਿ ਮੈਂ ਉਹਨਾਂ ਦੀ ਡਿਊਟੀ ਲਾਈ ਹੈ, ਮੇਰੇ ਵੱਲੋਂ ਸਾਡੇ ਬਿਹਾਫ 'ਤੇ ਮਾਨ ਸਾਹਿਬ ਨੂੰ ਸਪੋਰਟ ਕਰਨਗੇ। ਤੇ ਸੋ ਅੱਜ ਜਿਹੜੇ ਭਾਈ ਗੁਰਚਰਨ ਸਿੰਘ ਹੈਗੇ ਨੇ, ਭਾਈ ਹਵਾਰਾ ਜੀ ਦੇ ਧਰਮ ਦੇ ਪਿਤਾ, ਉਹ ਪ੍ਰਧਾਨ ਸਾਹਿਬ ਨੂੰ ਸਪੋਰਟ ਕਰ ਚੁੱਕੇ ਨੇ ਮਾਨ ਸਾਹਿਬ ਨੂੰ। ਔਰ ਉਹਨਾਂ ਦੇ ਜਿਹੜੇ ਹੋਰ ਬੰਦੇ ਵੀ ਨੇ ਉਹਨਾਂ ਨੇ ਵੀ ਆਪਦੀਆਂ ਪ੍ਰੈਸ ਸਟੇਟਮੈਂਟ ਰਾਹੀਂ ਜਿਹੜਾ ਸਪੋਰਟ ਕਰ ਦਿੱਤਾ ਹੈ। ਕਿਉਂਕਿ ਭਾਈ ਜੇ ਤਾਂ ਇਹ ਜਿਹੜੀ ਬੀਬਾ ਕਮਲਜੀਤ ਕੌਰ, ਅਸੀਂ ਪਹਿਲੇ ਵੀ ਸਪਸ਼ਟ ਕੀਤਾ ਸੀ ਵੀ ਜੇ ਆਜ਼ਾਦ ਖੜੀ ਹੁੰਦੀ, ਕਿਉਂਕਿ ਉਹਨੂੰ ਬਾਦਲ ਸਾਹਿਬ ਦੇ ਸਿੰਬਲ 'ਤੇ ਲੜਾਈ ਲੜ ਰਹੀ ਹੈ ਤੇ ਸਾਰੇ ਪੰਥ ਨੂੰ ਪਤਾ ਹੈ ਕਿ ਜਿਹੜਾ ਬਾਦਲ ਹੈ ਉਸ ਕਦੇ ਵੀ ਸਿੱਖ ਪੰਥ ਦੇ ਨਾਲ ਖੜਾ ਨਹੀਂ ਹੋਇਆ। ਕਿਉਂਕਿ ਜਦੋਂ ਅਸੀਂ 2012 ਦੇ ਵਿੱਚ ਸਮੇਤ ਸੈਣੀ ਦੀ ਅਪੁਆਇੰਟਮੈਂਟ ਮੈਂ ਚੈਲੰਜ ਕੀਤੀ ਸੀ ਐਜ਼ ਅ ਲਾਇਰ ਇੰਡੀਵਿਜੂਅਲ, ਉਦੋਂ ਪੰਜਾਬ ਸਰਕਾਰ ਦਾ, ਬਾਦਲ ਸਰਕਾਰ ਦਾ ਹਾਈ ਕੋਰਟ ਦੇ ਵਿੱਚ ਔਨ ਰਿਕਾਰਡ ਹੈਗਾ, ਕੋਈ ਵੀ ਕਢਾ ਸਕਦਾ ਹੈ। ਉਹਨਾਂ ਨੇ ਕਿਹਾ ਸੀ ਕਿ ਜਿਹੜਾ ਜਗਤਾਰ ਸਿੰਘ ਬਲਵੰਤ ਸਿੰਘ ਰਾਜੋਆਣਾ ਹੈ ਖਤਰਨਾਕ ਅੱਤਵਾਦੀ ਹੈ, ਇਹਦੇ ਬਾਹਰ ਆਉਣ ਨਾਲੇ ਜਿਹੜਾ ਮਾਹੌਲ ਖਰਾਬ ਹੋ ਸਕਦਾ ਹੈ। ਔਰ ਇਹ ਔਨ ਰਿਕਾਰਡ ਹੈਗਾ ਕਿ ਜਿਹੜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਥੋੜ੍ਹਾ ਮਾਨਸਿਕ ਤੌਰ 'ਤੇ ਅੰਡਰ ਟਰੀਟਮੈਂਟ ਹੈਗੇ ਨੇ, ਤੇ ਭਾਈ ਜਗਤਾਰ ਸਿੰਘ ਹਵਾਰਾ ਚਾਹੁੰਦੇ ਸੀ ਵੀ ਮੇਰੇ ਕੇਸ ਖਤਮ ਹੋ ਗਏ ਨੇ, ਮੈਨੂੰ ਦਿੱਲੀ ਤੋਂ ਜਿਹੜਾ ਪੰਜਾਬ ਦੀ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਏ। ਇਸ ਗੱਲ ਦਾ ਉਦੋਂ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਬਹੁਤ ਸਖਤੀ ਨਾਲ ਵਿਰੋਧ ਕੀਤਾ ਸੀ ਵੀ ਇਹਨਾਂ ਦੇ ਆਉਣ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਊਗਾ। ਤੇ ਹੁਣ ਔਨ ਰਿਕਾਰਡਡ ਸਟੇਟਮੈਂਟਸ ਨੇ ਤੁਹਾਡੀ ਪ੍ਰੈਸ ਵਿੱਚ ਹੀ ਛਪੀਆਂ ਨੇ, ਜਿਹਦੇ ਵਿੱਚ ਸੁਖਬੀਰ ਬਾਦਲ ਨੇ ਕਈ ਵਾਰੀ ਕਿਹਾ ਕਿ ਕਾਤਲ ਹੈਗਾ ਹਵਾਰਾ। ਤੇ ਅਸੀਂ ਬੜੇ ਹੈਰਾਨ ਆਏ ਕਿ ਮਤਲਬ ਤੁਸੀਂ ਕਦੇ ਪੰਥਕ ਦਾ ਸਰਟੀਫਿਕੇਟ ਦੇ ਦਿੰਦੇ ਹੋ, ਕਦੇ ਤੁਸੀਂ ਅੱਤਵਾਦੀ ਦਾ ਦੇ ਦਿੰਦੇ ਹੋ, ਇਹ ਤੁਹਾਡਾ ਕੀ ਕ੍ਰਾਈਟੇਰੀਆ ਹੈਗਾ? ਜ਼ਿਮਨੀ ਚੋਣ ਹੋ ਰਹੀ ਹੈ ਜੀ ਸੰਗਰੂਰ ਦੀ, ਇਹਦੇ ਵਿੱਚ ਤੁਹਾਡੀ ਤੇ ਲਾਲਾ ਸਿਮਰਜੀਤ ਮਾਨ ਜਾਂ ਸ਼੍ਰੋਮਣੀ ਅਕਾਲੀ ਦਲ ਇਹ ਕਹਿ ਰਹੇ ਨੇ ਬੰਦੀ ਸਿੰਘਾਂ ਨੂੰ ਅਸੀਂ 2 ਸਾਲ 'ਚ ਛਡਵਾ ਲਾਂਗੇ। ਕੀ ਬੰਦੀ ਸਿੰਘਾਂ ਨੂੰ ਇੱਕ ਐਮਪੀ ਛਡਵਾ ਲੂਗਾ ਜਾਂ ਕੀ ਹੈ ਇਹ? ਬਿਲਕੁਲ ਗਲਤ ਕਹਿ ਰਹੇ ਨੇ ਜੀ। ਪਹਿਲੇ ਤੇ ਲੋਕ ਕਨਫਿਊਜ਼ਡ ਨੇ। ਦੋ ਗੱਲਾਂ ਸਮਝ ਲਓ ਕਿ ਸਰਦਾਰ ਮਾਨ ਇਸ ਕਰਕੇ ਨਹੀਂ ਸੀ ਛੁੱਟੇ ਕਿ ਉਹ ਐਮਪੀ ਬਣ ਗਏ ਸੀ। ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਜਿਹੜਾ ਉਦੋਂ ਇੰਡੀਅਨ ਸਟੇਟ ਨੇ ਦੇਸ਼ ਧਰੋਹ ਦਾ ਮੁਕੱਦਮਾ ਕੀਤਾ ਸੀ, ਉਹ ਇੱਕ ਫੋਟੋ ਸਟੇਟ ਚਿੱਠੀਆਂ ਸੀ। ਉਹ ਚਿੱਠੀਆਂ ਨੂੰ ਬਿਹਾਫ ਬਣਾ ਕੇ ਉਹਨਾਂ ਦੇ ਦੇਸ਼ ਧਰੋਹ ਦਾ ਮੁਕੱਦਮਾ ਕੀਤਾ ਸੀ, ਜਿਹਨੂੰ ਇਹ ਇੰਡੀਅਨ ਸਟੇਟ ਪ੍ਰੂਵ ਨਹੀਂ ਕਰ ਸਕੀ, ਜਿਸ ਕਰਕੇ ਉਹ ਜਿਹੜੀਆਂ ਇਹਨਾਂ ਨੇ ਕੇਸ ਵਿਡਰੋ ਕਰ ਲਏ ਸੀ ਇੰਡੀਅਨ ਸਟੇਟ ਨੇ। ਨਹੀਂ ਜੀ, ਉਹੀ ਕੇਸ ਸੀ। ਇਹ ਜਿਹੜੀ ਪ੍ਰੋਸੀਡਿੰਗਸ ਡਰੋਪ ਹੋ ਗਈਆਂ ਸੀ। ਜਿਹੜਾ ਭਾਈ ਰਾਜੋਆਣਾ ਸਾਹਿਬ ਦਾ ਸੰਬੰਧ ਹੈ, ਇੰਡੀਅਨ ਜਿਹੜੀ ਲਾਅ ਕਹਿੰਦਾ ਹੈ ਕਿ ਜਿਸ ਬੰਦੇ ਨੂੰ 2 ਸਾਲ ਤੋਂ ਵੱਧ ਸਜ਼ਾ ਹੋ ਜਾਏ ਉਹ ਇਲੈਕਸ਼ਨ ਨਹੀਂ ਲੜ ਸਕਦਾ। ਜਿਹੜੀ ਗੱਲ ਛੱਡਣ ਦੀ ਹੈ, ਉਹ ਲੋਕ ਸਭਾ ਕੋਲ ਪਾਵਰ ਨਹੀਂ ਹੈਗੀ। ਇਹ ਪਾਵਰ ਹੈਗੀ ਹੈ, ਸਭ ਤੋਂ ਪਹਿਲੇ ਤਾਂ ਇਹ ਹੁੰਦਾ ਹੈ ਕਿ ਜਿਹੜੀ ਚੰਡੀਗੜ੍ਹ ਦੀ ਡਿਸਟ੍ਰਿਕਟ ਕੋਰਟ ਹੈ, ਉਹਨਾਂ ਨੇ ਰਾਜੋਆਣਾ ਸਾਹਿਬ ਨੂੰ ਫਾਂਸੀ ਦੀ ਸਜ਼ਾ ਕੀਤੀ। ਮੈਂ ਜਿਵੇਂ ਤੁਹਾਡੇ ਪਹਿਲੇ ਸਪਸ਼ਟ ਕਰ ਦਿੱਤਾ ਸੀ ਵੀ ਸਾਡੇ ਬੰਦੇ 2 ਹਿੱਸਿਆਂ 'ਚ ਵੰਡੇ ਗਏ ਸੀ। ਭਾਈ ਜਗਤਾਰ ਸਿੰਘ ਤਾਰੇ ਨੇ ਇੱਕ ਡਿਟੇਲਡ 8 ਪੇਜਸ ਦੀ ਕਨਫੈਸ਼ਨ ਕੀਤੀ ਹੈ, ਜਿਸ 'ਚ ਉਹਨੇ ਦੱਸਿਆ ਵੀ ਅਸੀਂ ਬੈਂਸ ਸਿੰਘ ਨੂੰ ਕਿਉਂ ਮਾਰਿਆ, ਮੁੱਖ ਮੰਤਰੀ ਨੂੰ ਕਿਵੇਂ ਮਾਰਿਆ। ਉਹਦੇ ਵਿੱਚ ਇਹ ਤੈਅ ਸੀ ਵੀ ਅਸੀਂ ਕਿਸੇ ਵੀ ਹਾਲਤ 'ਤੇ ਰਾਸ਼ਟਰਪਤੀ ਕੋਲ ਅਪੀਲ 'ਚ ਨਹੀਂ ਜਾਣਾ।
ਸੋ ਜਿਹੜੀ ਤੁਸੀਂ ਛੱਡਣ ਦੀ ਗੱਲ ਕਰ ਰਹੇ ਹੋ, MP ਬਣ ਕੇ ਜੇ ਛੱਡਿਆ ਜਾਂਦਾ ਹੈ, 27 ਸਾਲਾਂ ਤੋਂ ਬਾਦਲ ਸਾਹਿਬ ਦੇ ਕਿੰਨੇ MP ਰਾਜ ਸਭਾ 'ਚ ਨੇ, ਲੋਕ ਸਭਾ 'ਚ ਨੇ, ਫਿਰ ਤਾਂ ਕਦੋਂ ਤੇ ਛੱਡੇ ਜਾਣਾ ਸੀ। ਛੱਡਿਆ ਜਾਣਾ ਰਾਸ਼ਟਰਪਤੀ ਨੇ। ਤੁਸੀਂ ਇੱਕ ਮੌਕਾ ਤਾਂ ਦੇ ਸਕਦੇ ਸੀ ਜੀ ਰਾਜਵੰਡ ਦੀ ਭੈਣ ਨੂੰ ਵੀ, ਚਲੋ 1.5 ਸਾਲ ਦਾ ਪੀਰੀਅਡ। ਸਾਨੂੰ ਕੋਈ ਇਤਰਾਜ਼ ਨਹੀਂ ਸੀ, ਸਾਨੂੰ ਕੋਈ ਇਤਰਾਜ਼ ਨਹੀਂ ਹੈ ਜੇ ਬੀਬਾ ਜੀ ਬਾਦਲ ਦੇ ਚੋਣ ਨਿਸ਼ਾਨ ਤੇ ਨਾ ਲੜਦੇ। ਕਰਦੇ ਹਾਂ ਇੱਕ ਝੰਡੇ ਥੱਲੇ ਇਕੱਠੇ ਹੋ, ਜਦੋਂ ਇੱਕ ਦੂਏ ਨਾਲ ਈਗੋ ਰੱਖਾਂਗੇ ਤਾਂ ਪੰਥ ਕਿਵੇਂ ਅੱਗੇ ਜਾਊਗਾ, ਮਤਲਬ ਕਿ ਕੀ ਸੋਚਦੇ ਹਾਂ, ਕਿਉਂਕਿ ਦੋ ਧਿਰਾਂ ਨੇ ਹੁਣ ਪੰਥਕ ਬਣੀਆਂ ਹੋਈਆਂ, ਸਿਮਰਜੀਤ ਸਿੰਘ ਮਾਨ ਤੇ ਦੂਜੇ ਪਾਸੇ। ਇਹ ਕੀ ਲੱਗਦਾ ਤੁਹਾਨੂੰ, ਕਿਉਂਕਿ ਜੇ ਸਾਡੇ 'ਚ ਈਗੋ ਰਹੀ, ਆਮ ਪਬਲਿਕ ਤਾਂ ਦੇਖੀ ਜਾ ਰਹੀ ਹੈ ਇੱਕ ਦੂਜੇ ਦੇ ਮੂੰਹ ਵੱਲ ਵੀ ਅਸੀਂ ਕਿਸ ਨੂੰ ਸਿੱਖ ਮੰਨੀਏ, ਕੌਣ ਹੈ ਸਿੱਖ, ਮਤਲਬ ਕਿ ਉਹ ਚੀਜ਼ ਦਾ ਕਿਵੇਂ ਪਤਾ ਲੱਗੂਗਾ ਲੋਕਾਂ ਨੂੰ, ਪਬਲਿਕ ਨੂੰ ਕੀ ਸੇਧ ਜਾ ਰਹੀ ਹੈ? ਦੇਖੋ ਸਿੱਖ ਕੌਣ ਹੈ? ਸਰਦਾਰ ਕਪੂਰ ਸਿੰਘ ICS ਸਿੱਖਾਂ ਦੇ ਬੜੇ ਵੱਡੇ ਲੀਡਰ ਸੀ, ਮੈਂਬਰ ਪਾਰਲੀਮੈਂਟ ਰਹੇ ਨੇ, ICS ਅਫਸਰ ਰਹੇ ਨੇ। ਉਹ ਕਹਿੰਦੇ ਨੇ ਸਿੱਖ ਲੀਡਰ ਉਹ ਹੁੰਦਾ ਜਿਹੜਾ ਸਿੱਖ ਵਾਂਗੂ ਸੋਚੇ, ਸਿੱਖੀ ਦੀ ਗੱਲ ਕਰੇ। ਸੋ ਜਿਹੜੇ ਬਾਦਲਸ ਨੇ 1995 ਦੇ ਵਿੱਚ ਅਸੀਂ ਅਕਾਲ ਤਖਤ ਸਾਹਿਬ ਦੇ ਉੱਪਰ ਕਿਹਾ ਸੀ ਵੀ ਸਾਰਾ ਸਿੱਖ ਪੰਥ ਇਕੱਠਾ ਹੋ ਜਾਏ, ਕਿਉਂਕਿ ਹਾਲਤ ਬੜੀ ਨਾਜ਼ੁਕ ਹੈ। KPS ਗਿੱਲ ਨੇ, ਇੰਡੀਅਨ ਸਟੇਟ ਨੇ ਸਿੱਖਾਂ ਨੂੰ ਖਤਮ ਕਰ ਦਿੱਤਾ ਹੈ, ਸਾਡੇ ਮੁੰਡੇ ਖਤਮ ਕਰ ਦਿੱਤੇ ਨੇ। ਉਦੋਂ ਬਾਦਲ ਸਾਹਿਬ ਕਹਿੰਦੇ ਸੀ ਮੈਂ ਅਕਾਲ ਤਖਤ ਦੀ ਪਰਵਾਹ ਨਹੀਂ ਕਰਦਾ, ਇਹ ਮੰਨੇ ਨਹੀਂ। ਉਸ ਤੋਂ ਬਾਅਦ ਇਹ ਦਿੱਲੀ ਦੀ ਏਜੰਸੀਜ਼ ਦੇ ਪ੍ਰੈਸ਼ਰ ਹੇਠ ਇਹਨਾਂ ਨੇ ਮੋਗਾ ਕਾਨਫਰੰਸ 'ਚ ਕਹਿ ਦਿੱਤਾ ਵੀ ਅਸੀਂ ਪੰਥਕ ਨਹੀਂ ਰਹੇ। ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਕੰਮ ਨੇ ਕੰਟੀਨਿਊਸਲੀ 3 ਸਰਕਾਰਾਂ ਨੇ ਜਿਸ ਢੰਗ ਨਾਲ ਇਹਨਾਂ ਨੇ ਸਿੱਖਾਂ ਦੇ ਜਿਹੜਾ ਕਾਤਲ ਸਮੇਤ ਸੈਣੀ ਹੈ, ਇਜ਼ਹਾਰ ਆਲਮ ਹੈ ਤੁਹਾਡੇ ਜ਼ਿਲ੍ਹੇ ਦਾ ਹੈ, ਇਹੋ ਜਿਹੇ ਅਫਸਰਾਂ ਨੂੰ ਕਿਸੇ ਨੂੰ DGP ਲਾਇਆ ਹੈ, ਕਿਸੇ ਨੂੰ ਵਜ਼ੀਰ ਬਣਾਇਆ ਹੈ। ਉਸ ਤੋਂ ਬਾਅਦ ਇਹ ਪੰਥਕ ਹੋਣ ਦਾ ਜਿਹੜਾ ਆਪਦਾ ਲੂਜ਼ ਕਰ ਚੁੱਕੇ ਨੇ। ਸੋ ਪੰਥਕ ਧਿਰਾਂ ਜਿਹੜੀਆਂ ਪੰਜਾਬ ਦੀਆਂ ਹੈਗੀਆਂ ਅਸੀਂ ਅਜੇ ਵੀ ਵੈਲਕਮ ਕਰਦੇ ਹਾਂ, ਜਿਹੜਾ ਵੀ ਪੰਥਕ ਹੈਗਾ ਅਸੀਂ ਉਹਦੇ ਨਾਲ ਚੱਲਣ ਨੂੰ ਤਿਆਰ ਹੈਗੇ ਹਾਂ ਜੀ। ਭਗਤ ਸਿੰਘ ਵਾਲੇ ਮੁੱਦੇ 'ਤੇ ਬੋਲੇ ਸੀ, ਕਹਿੰਦੇ ਸੀ ਵੀ ਉਹਨਾਂ ਨੇ ਬੰਬ ਸਿੱਟੇ, 2 ਪੁਲਿਸ ਮੁਲਾਜ਼ਮ ਮਾਰੇ ਗਏ ਸੀ ਅਸੈਂਬਲੀ 'ਚ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਸਿਮਰਜੀਤ ਸਿੰਘ ਮਾਨ ਉਹਨਾਂ ਨੂੰ ਕਾਤਲ ਮੰਨਿਆ ਜਾਂਦਾ? ਨਹੀਂ ਜੀ, ਸਾਡਾ ਉਹ ਜਿਹੜਾ ਲੌਜਿਕ ਹੈਗਾ ਉਹ ਤੁਸੀਂ ਪਿੱਛੇ ਸਮਝੇ ਨਹੀਂ। ਅਸੀਂ ਕੋਈ ਸਰਦਾਰ ਭਗਤ ਸਿੰਘ 'ਤੇ ਕਮੈਂਟ ਨਹੀਂ ਕਰ ਰਹੇ। ਉਹ ਜਿਹੜਾ ਨਰੇਟਿਵ ਹੈ ਸਟੇਟ ਸਾਨੂੰ ਕਹਿੰਦੀ ਹੈ ਕਿ ਤੁਸੀਂ ਜਦੋਂ ਖਾੜਕੂ ਮੁੰਡਿਆਂ ਨੇ ਸਰਕਾਰ ਤੇ ਬੰਦਿਆਂ ਨੂੰ ਮਾਰਿਆ, ਜਿਹਦੇ 'ਚ ਕੁਛ ਇਲੈਕਟਿਡ ਪਾਰਲੀਮੈਂਟ ਸੀ, ਲਲਿਤ ਮਾਕਨ ਹੋ ਗਿਆ, ਇੰਦਰਾ ਗਾਂਧੀ ਹੋ ਗਈ, ਪੁਲਿਸ ਦੇ ਅਫਸਰ ਹੋ ਗਏ, ਇਹ ਫਿਰ ਕਾਮਰੇਡ ਸਾਨੂੰ ਕਹਿੰਦੇ ਸੀ ਵੀ ਤੁਸੀਂ ਕਾਤਲ ਹੋ। ਫਿਰ ਅਸੀਂ ਪੁੱਛਿਆ ਵੀ ਤੁਹਾਡੇ ਜਿਹਨੂੰ ਤੁਸੀਂ ਆਈਕਨ ਮੰਨਦੇ ਹੋ ਸ਼ਹੀਦ ਭਗਤ ਸਿੰਘ ਹੁਣਾਂ ਨੂੰ, ਉਹਨੇ ਵੀ ਤੇ ਜਿਹੜਾ ਸੌਂਡਰੇਸ ਵਿਚਾਰਾ ਉਹ ਉਸ ਵੇਲੇ ਲਾਜਪਤ ਰਾਏ ਦੇ ਮੌਕੇ 'ਤੇ ਹਾਜ਼ਰ ਨਹੀਂ ਸੀ ਹੈਗਾ, ਉਹ ਚੰਨਨ ਸਿੰਘ ਕਾਮਰੇਡ ਹੈ, ਉਹਨੂੰ ਵੀ ਤਾਂ ਮਾਰਿਆ। ਸਾਨੂੰ ਕਾਮਰੇਡ ਕਹਿੰਦੇ ਸੀ ਵੀ ਉਹ ਬ੍ਰਿਟਿਸ਼ ਹਕੂਮਤ ਨੂੰ ਤਾਕਤ ਦਿੰਦੇ ਸੀ, ਉਹਨਾਂ ਦਾ ਹਿੱਸਾ ਸੀ। ਅਸੀਂ ਇਸ ਕਰਕੇ ਉਹ ਡਿਬੇਟ ਸ਼ੁਰੂ ਕਰਨ ਦੀ ਨਜ਼ਰ ਨਾਲ ਕੀਤਾ ਹੈ ਕਿ ਇਹ ਜਿਹੜੇ ਸਾਡੇ ਸਿੱਖ ਨੇ, ਅਸੀਂ ਵੀ ਇਹਨਾਂ ਨੂੰ ਤਾਂ ਕਤਲ ਕੀਤਾ ਕਿਉਂਕਿ ਦਿੱਲੀ ਦੇ ਪੁਰਜੇ ਸੀ। ਜਿਹੜੀ ਆਰਮਡ ਸਟਰਗਲ ਹੈ, ਵਾਰ ਹੈ, ਇਸ ਕਰਕੇ ਸਾਡਾ ਜਿਸ ਫੁਟਿੰਗ 'ਤੇ ਸ਼ਹੀਦ ਭਗਤ ਸਿੰਘ ਨੇ ਨਿਸ਼ਾਨਾ ਬਣਾਇਆ ਅੰਗਰੇਜ਼ਾਂ ਨੂੰ, ਉਸੇ ਢੰਗ ਨਾਲ ਸਾਡੇ ਮੁੰਡਿਆਂ ਨੇ ਨਿਸ਼ਾਨਾ ਬਣਾਈ ਨੇ ਜੀ। ਜਿਹੜਾ ਉਹਨਾਂ ਨੇ ਬੰਬ ਸਿੱਟਿਆ ਸੀ ਭਗਤ ਸਿੰਘ ਨੇ, ਉਸ ਵੇਲੇ ਅਸੀਂ ਬੜੇ ਹੈਰਾਨ ਹੈ ਜੀ। ਅਸੀਂ ਸਟੇਟ ਨੂੰ ਸਵਾਲ ਕੀਤਾ, ਜਿਹੜੇ ਭਾਈ ਪਰਮਜੀਤ ਸਿੰਘ ਪਿਓਰਾ ਸੀ, ਉਹਨਾਂ ਦੀ ਮਦਰ ਦੀ ਜਿਹੜੀ ਔਨ ਡੈਥ ਬੈਡ ਸੀ, ਉਹਦੀ ਲਾਸਟ ਵਿਸ਼ ਸੀ ਕਿ ਮੈਂ ਆਪਦੇ ਮੁੰਡੇ ਨੂੰ ਮਿਲਣਾ ਚਾਹੁੰਦੀ ਹਾਂ। ਮੈਂ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਮੂਵ ਕੀਤੀ ਕਿ ਸਾਨੂੰ 2 ਘੰਟੇ ਦੀ ਕਸਟਡੀ ਪੈਰੋਲ ਹੁੰਦੀ ਹੈ। ਇਹ ਇਸ ਕਿਸਮ ਦੀ ਪੈਰੋਲ ਨਹੀਂ, ਕਸਟਡੀ ਪੈਰੋਲ ਹੁੰਦੀ ਹੈ ਕਿ ਤੁਹਾਡੇ ਨਾਲ ਪੁਲਿਸ ਜਾਂਦੀ ਹੈ, ਸਿਕਿਉਰਿਟੀ ਦੀ ਹਾਜ਼ਰੀ 'ਚ ਤੁਸੀਂ ਮਿਲਦੇ ਹੋ। ਸਾਨੂੰ 2 ਘੰਟੇ ਦੀ ਕਸਟਡੀ ਪੈਰੋਲ ਦਿਓ, ਉਹਦਾ ਖਰਚਾ ਵੀ ਅਸੀਂ ਚੱਕਾਂਗੇ। ਹਾਈ ਕੋਰਟ ਦੇ ਜੱਜ ਕਹਿੰਦੇ ਨਹੀਂ। ਉਹਨਾਂ ਨੇ ਹਾਈ ਕੋਰਟ ਦੇ ਜੱਜ ਨੇ ਇੱਕ ਡਾਕਟਰਸ ਦੀ ਟੀਮ 32 ਸੈਕਟਰ ਤੋਂ ਡਿਪਿਊਟ ਕੀਤੀ, ਇੱਕ ਐਂਬੂਲੈਂਸ ਦਿੱਤੀ ਕਿ ਤੁਸੀਂ ਰਾਜਪੁਰੇ ਦੇ ਨਾਲ ਉਹਨਾਂ ਦਾ ਪਿੰਡ ਸੀ, ਉੱਥੇ ਜਾਓ, ਉੱਥੋਂ ਤੁਸੀਂ ਜੇਲ੍ਹ ਦੇ ਵਿੱਚ ਲਿਆ ਕੇ ਮੁਲਾਕਾਤ ਕਰਾ ਦਿਓ। ਇੱਕ ਜੇਲ੍ਹ 'ਚ ਬੜੈਲ ਜੇਲ੍ਹ 'ਚ ਕਮਰਾ ਬਣੂਗਾ ਜਿਹਦੇ 'ਚ ਹੋਮਲੀ ਇਨਵਾਇਰਮੈਂਟ ਹੋਊਗਾ। ਜਦੋਂ ਡਾਕਟਰ ਗਏ ਨੇ ਦੋਨੋਂ, ਉਹਨਾਂ ਨੇ ਦੇਖਿਆ ਕਿ ਮਾਤਾ ਦੀ ਹਾਲਤ ਬੜੀ ਕ੍ਰਿਟੀਕਲ ਹੈ, ਉਹਨਾਂ ਨੇ ਮਨਾ ਕਰ ਦਿੱਤਾ। ਉਹਨਾਂ ਨੇ ਕੋਰਟ ਨੂੰ ਲਿਖ ਦਿੱਤਾ ਹੈ ਕਿ ਮਾਤਾ ਜੀ ਟਰੈਵਲ ਕਰਨ ਦੀ ਪੋਜੀਸ਼ਨ 'ਚ ਨਹੀਂ ਹੈ। ਉਸ ਤੋਂ ਬਾਅਦ ਅਸੀਂ ਡਬਲ ਬੈਂਚ 'ਤੇ ਗਏ ਹਾਂ ਹਾਈ ਕੋਰਟ, ਫਿਰ ਸਾਨੂੰ ਪਰਮਿਸ਼ਨ ਨਹੀਂ ਦਿੱਤੀ। ਹੁਣ ਅਸੀਂ ਬੜੇ ਹੈਰਾਨ ਹੈ ਵੀ ਇਹ ਜਿਹੜਾ ਰਾਜੀਵ ਗਾਂਧੀ ਦਾ ਕਾਤਲ ਹੈ, ਉਹਨੂੰ ਤੁਸੀਂ ਪੈਰੋਲ 40 ਦਿਨ ਦੀ ਦੇ ਰਹੇ ਹੋ ਕਿ ਉਹਨੇ ਘਰ ਬਣਾਉਣਾ ਹੈ। ਇੱਥੇ ਜਿਹੜਾ ਇਹ ਬੰਦੇ 'ਤੇ ਟ੍ਰਿਪਲ ਮਰਡਰ ਕੇਸ ਹੈ। ਇਹ ਜਿਹੜਾ ਤੁਸੀਂ ਸਰਸੇ ਵਾਲੇ ਸਾਹਿਬ ਦੀ ਗੱਲ ਕੀਤੀ ਹੈ, ਸਿਮਰਜੀਤ ਸਿੰਘ ਮਾਨ ਨੇ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ, ਉਲਟਾ ਸਪੀਚ ਦੇ ਵਿੱਚ ਵੀ ਕਿਹਾ ਵੀ ਮੇਰੇ ਹੁੰਦਿਆਂ ਕੋਈ ਵੀ ਸਰਸੇ ਵਾਲਾ ਦੁਖੀ ਨਹੀਂ ਹੋਇਆ, ਕੋਈ ਵੀ ਹੋਰ ਗੈਰ ਧਰਮ ਦੁਖੀ ਨਹੀਂ ਹੋਇਆ। ਕੀ ਕਹੋਗੇ ਤੁਸੀਂ? ਜੀ ਅਸੀਂ
ਸਰਸੇ ਦੇ ਖਿਲਾਫ ਲਗਾਤਾਰ ਲੜਾਈ ਲੜਦੇ ਆ ਰਹੇ ਹੈ। ਸਰਸੇ ਦੇ ਖਿਲਾਫ ਈਵਨ ਜਿੰਨੇ ਵੀ ਹਾਂਜੀ ਮੋਰਚਾ ਵੀ ਲਾਇਆ ਹੋਇਆ ਸਰਸੇ ਦੇ ਖਿਲਾਫ ਜਿਹੜਾ ਬਰਗਾੜੀ ਦਾ ਮੋਰਚਾ ਹੈ ਉਹ ਸਰਸੇ ਵਾਲਿਆਂ ਦੇ ਖਿਲਾਫ ਹੈਗਾ ਕਿ ਜਿਹੜੀਆਂ ਬੇਦਬੀਆਂ ਕਰਵਾਈਆਂ ਨੇ ਉਹ ਸਰਸੇ ਵਾਲਿਆਂ ਨੇ ਕਰਾਈਆਂ ਨੇ। ਸਰਸੇ ਵਾਲਿਆਂ ਨੂੰ ਬਾਦਲਸ ਨੇ ਪ੍ਰੋਟੈਕਟ ਕੀਤਾ। ਤੁਸੀਂ ਇਹ ਦੇਖੋ ਕਿ ਇੱਕ ਜੋਕਰ ਕਿਸਮ ਦੀ ਫਿਲਮ ਹੈ, ਉਹਨੂੰ ਪ੍ਰੋਟੈਕਟ ਕਰਨ ਲਈ ਬਾਦਲਸ ਨੇ ਫੋਰਸ ਲਾ ਕੇ ਸਿਨੇਮਿਆਂ ਦੇ ਵਿੱਚੋਂ ਫਿਲਮ ਚਲਾਈ ਹੈ। ਤੇ ਇਹ ਬਾਦਲਸ ਨੇ ਉਹਨੂੰ ਜ਼ਰੂਰ ਪ੍ਰੋਟੈਕਟ ਕੀਤਾ ਹੈ, ਉਹਨੂੰ ਪੋਸ਼ਾਕ ਜ਼ਰੂਰ ਦਿੱਤੀ ਹੈ। ਜਿਵੇਂ ਹੁਣ ਕਲੀਅਰ ਹੋ ਗਿਆ ਕਿ ਅਕਾਲੀ ਦਲ ਦੇ ਲੀਡਰ ਹੀ ਉਹਦੇ ਲਈ ਜਿਹੜੀ ਪੋਸ਼ਾਕ ਸੀ ਗੁਰੂ ਗੋਬਿੰਦ ਸਿੰਘ ਵਾਲੀ ਲੈ ਕੇ ਗਏ ਨੇ। ਤੇ ਅਸੀਂ ਤਾਂ ਜਿਹੜਾ ਸਿੱਖ ਵਿਰੋਧੀ ਹਰ ਸੈਕਟ ਹੈ, ਅਸੀਂ ਨਾ ਕਿਸੇ ਨਿਰੰਕਾਰੀ ਕੋਲੇ ਕਦੇ ਗਏ ਹਾਂ ਨਾ ਦੂਜੇ ਕੋਲੇ ਗਏ ਹਾਂ। ਅਸੀਂ ਇਹ ਜ਼ਰੂਰ ਕਹਿੰਦੇ ਹਾਂ ਵੀ ਕਿਸੇ ਬੰਦੇ ਨਾਲ ਵੀ ਜਿਹੜਾ ਰਿਲੀਜਨ ਦੇ ਆਧਾਰ 'ਤੇ ਕੋਈ ਧੱਕਾ ਨਹੀਂ ਹੋਣਾ ਚਾਹੀਦਾ ਹੈ, ਉਹਨੂੰ ਇਸ ਲੈਵਲ 'ਤੇ ਕਿਲਿੰਗਸ ਨਹੀਂ ਕਰਨੀਆਂ ਚਾਹੀਦੀਆਂ, ਉਹਨੂੰ ਇਵੇਂ ਨਜਾਇਜ਼ ਤੰਗ ਨਹੀਂ ਹੋਣਾ ਚਾਹੀਦਾ ਹੈ। ਪਰ ਜਿਹੜਾ ਬੰਦਾ ਅਫੈਂਸ ਕਰ ਰਿਹਾ ਹੈ ਉਹਨੂੰ ਤੇ ਜਿਹੜਾ ਰੂਲ ਆਫ ਲਾਅ ਦੇ ਕੰਟਰੋਲ 'ਚ ਲਿਆਉਣਾ ਚਾਹੀਦਾ ਜੀ। ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਸੰਗਰੂਰ ਜ਼ਿਮਨੀ ਚੋਣਾਂ ਦੇ ਵਿੱਚ ਬੀਬੀ ਕਮਲਦੀਪ ਕੌਰ ਨੂੰ ਉਤਾਰਿਆ ਗਿਆ ਹੈ, ਜੋ ਕਿ ਬਲਵੰਤ ਸਿੰਘ ਰਾਜੂਆਣਾ ਦੀ ਭੈਣ ਨੇ। ਤੇ ਉਹਨਾਂ ਵੱਲੋਂ ਵੀ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਉਠਾਇਆ ਜਾ ਰਿਹਾ ਤੇ ਉੱਥੇ ਹੀ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਤੇ ਬੀਜੇਪੀ ਦੇ ਆਗੂ ਵੀ ਖੜੇ ਨੇ। ਹੁਣ ਦੇਖਣਾ ਹੋਵੇਗਾ ਕਿ ਸੰਗਰੂਰ ਦੇ ਲੋਕ ਕਿਸ ਉੱਪਰ ਵਿਸ਼ਵਾਸ ਜਤਾਉਂਦੇ ਨੇ। ਸੰਗਰੂਰ ਤੋਂ ਇਕਬਾਲ ਸਿੰਘ ਦੀ ਰਿਪੋਰਟ, D5 ਚੈਨਲ ਪੰਜਾਬੀ। ਗੱਲ ਕਰਾਂਗੇ ਧਰਤੀ ਹੇਠ ਡਿੱਗ ਰਹੇ ਪਾਣੀ ਦੇ ਪੱਧਰ ਦੀ। ਕੀ ਪੰਜਾਬ ਵੱਧ ਰਿਹਾ ਰੇਗਿਸਤਾਨ ਵੱਲ? ਜੂਨ ਦਿਨ ਐਤਵਾਰ ਨੂੰ ਵੇਖਣਾ ਨਾ ਭੁੱਲਣਾ D5 ਚੈਨਲ ਪੰਜਾਬੀ ਦੀ ਸਪੈਸ਼ਲ ਰਿਪੋਰਟ, ਪੰਜਾਬ ਤੇ ਪਾਣੀ ਦਾ ਸੰਕਟ। ਜੇਕਰ ਤੁਸੀਂ ਆਪਣੀ ਕੋਈ ਰਾਏ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਜੁੜੋ। ਸਵੇਰੇ 8:30 ਵਜੇ ਪ੍ਰੋਗਰਾਮ ਖਬਰਾਂ ਦਾ ਸਿਰਾ, ਸਵੇਰੇ 10 ਵਜੇ ਪ੍ਰੋਗਰਾਮ ਲੋਕ ਮੰਚ, ਦੁਪਹਿਰ 2 ਵਜੇ ਪੋਲੀਟੀਕਲ ਬੈਟਲ। आगे आगे Hey, hello. This is the game time. Real stuff is coming. ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ।